ਇੱਥੇ ਕੈਨੇਡਾ 'ਚ ਲੈਂਡ ਹੋਣ ਤੋਂ ਪਹਿਲਾਂ ਤੁਹਾਡੇ ਦਿਮਾਗ 'ਚ ਕੁਛ ਏਦਾਂ ਦਾ ਡਰ ਸੀਗਾ ਵੀ ਉੱਥੇ ਜਾ ਕੇ ਸਾਡੇ ਨਾਲ ਕੋਈ ਵਿਤਕਰਾ ਹੋਊਗਾ ਜਾਂ ਏਦਾਂ ਦੀ ਸਾਨੂੰ ਮੁਸ਼ਕਲਾਂ ਪੇਸ਼ ਆ ਸਕਦੀਆਂ? ਜਦੋਂ ਨਵੇਂ-ਨਵੇਂ ਆਏ ਸੀ ਤਾਂ ਸਾਨੂੰ ਇੱਥੇ ਦੇ ਏਰੀਏ ਦਾ ਨਹੀਂ ਸੀ ਪਤਾ। ਕੋਈ ਗਵਰਨਮੈਂਟ ਕੋਲੋਂ ਗ੍ਰਾਂਟ ਲੈਂਦੀ ਆ, ਕੁਛ ਵੀ ਹੋਰ ਸਭ ਕੁਛ ਵਧੀਆ ਚੱਲਿਆ ਸਾਡਾ ਅੱਜ ਸਾਡੀ GIC ਦੇ ਨਾਲ। ਤੁਹਾਡਾ ਵੀ ਕਦੇ ਇਹੋ ਜਿਹਾ ਦਿਲ ਕਰਦਾ ਹਾਂ ਵੀ ਅਸੀਂ ਵੀ ਮਹਿੰਗੀ ਕਾਰ ਲਈਏ? TV ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਮਨਦੀਪ ਸਿੰਘ ਟੁੱਟ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫਿਰ ਖਾਸ ਪ੍ਰੋਗਰਾਮ TV ਪੰਜਾਬ ਦੇ ਦਰਸ਼ਕਾਂ ਲਈ। ਕੈਨੇਡਾ ਦੇ ਵਿੱਚ ਅੱਜ ਕੱਲ੍ਹ ਇੱਕ ਵਾਰੀ ਫਿਰ ਇੰਟਰਨੈਸ਼ਨਲ ਸਟੂਡੈਂਟਸ ਦਾ ਮੁੱਦਾ ਬਹੁਤ ਭੁੱਖਿਆ ਹੋਇਆ ਕਿ ਉਹਨਾਂ ਦੇ ਪੁਰਾਣੇ ਜਿਹੜੇ ਨਵੇਂ ਲੋਕ ਇੱਥੇ ਉਹਨਾਂ ਨਾਲ ਸੰਬੰਧ ਕਿਹੋ ਜਿਹੇ ਆ, ਜਾਂ ਫਿਰ ਉਹ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਵਾ ਜਾਂ ਉਹ ਇੱਦਾਂ ਕਰਦੇ। ਸੋ ਇਸ ਤਰ੍ਹਾਂ ਦੇ ਮਸਲੇ ਬਹੁਤ ਸਾਰੇ ਲੋਕ ਅਕਸਰ ਚਰਚਾ ਕਰਦੇ ਰਹਿੰਦੇ ਆ। ਪਰ ਨਾਲ ਦੀ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਇਹ ਜਿਹੜੇ ਲੋਕ ਨੇ ਸਿਰਫ 1-2% ਨੇ, ਤੇ ਉਸ ਤੋਂ ਬਾਅਦ ਫਿਰ ਉਹਨਾਂ ਹੀ 1-2% ਲੋਕਾਂ ਨੂੰ ਵੱਧ ਤੋਂ ਵੱਧ ਜਿਹੜਾ ਵਾ ਉਹ ਪ੍ਰਮੋਟ ਕੀਤਾ ਜਾਂਦਾ। ਉਹਨਾਂ ਸਿਰ ਦੇ ਉੱਤੇ ਹੀ ਜਿਹੜੇ 1-2% ਆ ਪੂਰੇ ਸਟੂਡੈਂਟਸ ਦੀ ਕਿਤੇ ਨਾ ਕਿਤੇ ਇੱਕ ਟੈਗ ਲਾਇਆ ਜਾਂਦਾ, ਉਹਨਾਂ ਦੀ ਇਮੇਜ ਡਿਸਾਈਡ ਕੀਤੀ ਜਾਂਦੀ ਆ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ 1% ਨੂੰ ਛੱਡ ਕੇ ਜਿਹੜੇ ਬਾਕੀ 90 ਤੋਂ 99% ਚੰਗੇ ਨੇ, ਜਿਨ੍ਹਾਂ ਦੇ ਰਿਸ਼ਤੇ ਸਾਰਿਆਂ ਨਾਲ ਚੰਗੇ ਨੇ, ਉਹਨਾਂ ਨੂੰ ਵੀ ਪ੍ਰਮੋਟ ਕੀਤਾ ਜਾਵੇ, ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇ। ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਦਾਂ ਹੀ 2 ਇੰਟਰਨੈਸ਼ਨਲ ਸਟੂਡੈਂਟਸ ਨਾਲ ਜੋ ਕਿ ਕੈਨੇਡਾ ਦੇ ਸ਼ਹਿਰ ਬ੍ਰੈਂਟਫੋਰਡ ਦੇ ਵਿੱਚ ਰਹਿ ਰਹੇ ਨੇ, ਪੜ੍ਹ ਰਹੇ ਨੇ। 9 ਮਹੀਨੇ ਪਹਿਲਾਂ ਉਹ ਪੰਜਾਬ ਤੋਂ ਇੱਥੇ ਆਏ ਨੇ ਪੜ੍ਹਾਈ ਕਰਨ, ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਪੁੱਛਾਂਗੇ ਕਿ ਉਹਨਾਂ ਨੂੰ ਇੱਥੇ ਜਿਹੜਾ ਉਹਨਾਂ ਦਾ ਭਾਈਚਾਰਾ ਵਾਸਤਾ ਜਦੋਂ ਇੱਥੇ ਆ ਕੇ ਮਿਲੇ, ਉਹਨਾਂ ਨੂੰ ਕਿਹੋ ਜਿਹਾ ਸੰਯੋਗ ਮਿਲਿਆ, ਤੇ ਜਾਂ ਫਿਰ ਉਹਨਾਂ ਦੇ ਸੰਬੰਧ ਕਿਹੋ ਜਿਹੇ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਿਮਰਨ, ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ TV ਪੰਜਾਬ ਤੇ। ਹਾਂਜੀ, ਥੈਂਕ ਯੂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਨਵੇਂ ਆਏ ਸੀ ਇੱਥੇ ਆ ਕੇ, ਕਿਉਂਕਿ ਇੱਥੇ ਥੋੜ੍ਹੀ ਆਪਣੀ ਕਮਿਊਨਿਟੀ ਘੱਟ ਹੈ ਇਸ ਸ਼ਹਿਰ ਦੇ ਵਿੱਚ, ਪਰ ਫਿਰ ਵੀ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਸੀ? ਜਿਹੜੇ ਤੁਹਾਨੂੰ ਇੱਥੇ ਪਹਿਲਾਂ ਆ ਕੇ ਪੰਜਾਬੀ ਮਿਲੇ ਉਹਨਾਂ ਨਾਲ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ? ਹਾਂਜੀ, ਹੁਣ ਤੱਕ ਮੈਨੂੰ ਜਿੰਨੇ ਵੀ ਪੁਰਾਣੇ ਪੰਜਾਬੀ ਮਿਲੇ ਨੇ ਮੇਰਾ ਐਕਸਪੀਰੀਅੰਸ ਕਾਫੀ ਵਧੀਆ ਰਿਹਾ ਉਹਨਾਂ ਦੇ ਨਾਲ। ਜਿਵੇਂ ਕਿ ਗੁਰਮੀਤ ਆਂਟੀ ਮਿਲੇ ਸੀ ਮੈਨੂੰ ਸਟਾਰਟਿੰਗ 'ਚ, ਤਾਂ ਉਹਨਾਂ ਨੇ ਕਾਫੀ ਹੈਲਪ ਕੀਤੀ, ਕਿਉਂਕਿ ਸਟਾਰਟਿੰਗ 'ਚ ਸਾਨੂੰ ਅਕੋਮੋਡੇਸ਼ਨ ਦਾ ਇੰਨਾ ਪਤਾ ਨਹੀਂ ਸੀ। ਅਸੀਂ ਗਰੋਸਰੀ ਕਰਨ ਜਾਈਦਾ ਸੀ, ਸਾਨੂੰ ਰਾਈਡ ਚਾਹੀਦੀ ਹੁੰਦੀ ਸੀ, ਹੋਰ ਵੀ ਜਿੱਦਾਂ ਥੋੜ੍ਹੀ ਬਹੁਤ ਨੌਲੇਜ ਚਾਹੀਦੀ ਸੀ ਸ਼ਹਿਰ ਦੀ, ਬ੍ਰੈਂਟਫੋਰਡ ਦੀ, ਹੋਰ ਵੀ ਅਸੀਂ ਉਹਨਾਂ ਨੂੰ ਬਹੁਤ ਸਾਰੇ ਐਡਵਾਈਸ ਉਹਨਾਂ ਕੋਲ ਲਈ ਦੀ ਸੀ, ਤਾਂ ਉਹਨਾਂ ਨੇ ਸਾਡੀ ਕਾਫੀ ਹੈਲਪ ਕੀਤੀ। ਬਾਕੀ ਇਹ ਮੈਂ ਸੁਣਿਆ ਹੈ ਕਿ ਜਿੱਦਾਂ ਆਪਣੀ ਜਿਹੜੀ ਪੁਰਾਣੀ ਕਮਿਊਨਿਟੀ ਇੱਥੇ ਆਈ ਹੋਈ ਹੈ ਉਹ ਹੈਲਪ ਨਹੀਂ ਕਰਦੀ ਸਟੂਡੈਂਟਸ ਦੀ, ਬਟ ਮੇਰੇ ਕੋਲ ਇਹਦਾ ਕੋਈ ਐਗਜ਼ਾਮਪਲ ਨਹੀਂ ਹੈਗਾ। ਇਹ ਸਿਰਫ ਮੈਂ ਸੁਣਿਆ ਹੈ, ਮੈਂ ਕਦੇ ਐਕਸਪੀਰੀਅੰਸ ਨਹੀਂ ਕੀਤਾ। ਹੋਪਫੁਲੀ ਕਦੇ ਐਕਸਪੀਰੀਅੰਸ ਕਰਨਾ ਵੀ ਨਾ ਪਵੇ, ਵਧੀਆ ਰਿਲੇਸ਼ਨ ਰਹਿਣ ਉਹਨਾਂ ਦੇ ਨਾਲ ਤਾਂ ਬੈਟਰ ਹੈ। ਆਪਾਂ ਇਕੱਠੇ ਮਿਲ ਕੇ ਚੱਲਾਂਗੇ ਤਾਂ ਆਪਾਂ ਵਧੀਆ ਤਰੀਕੇ ਨਾਲ ਇਕੱਠੇ ਰਵਾਂਗੇ, ਇੱਕ ਦੂਜੇ ਦੀ ਹੈਲਪ ਕਰਾਂਗੇ। ਜੀ ਜੀ ਅਸ਼ਿਤ, ਤੁਹਾਡਾ ਇਸ ਬਾਰੇ ਕੀ ਕਹਿਣਾ? ਤੁਸੀਂ ਜਦੋਂ ਆਏ ਸੀ, ਤੁਸੀਂ ਵੀ 9 ਮਹੀਨੇ ਪਹਿਲਾਂ ਆਏ ਪੰਜਾਬ ਤੋਂ? ਹਾਂਜੀ, ਮੇਰਾ ਵੀ ਸੇਮ, ਅਸੀਂ ਇਕੱਠੇ ਆਏ ਸੀ। ਵੈਸੇ 9 ਮਹੀਨੇ ਹੋ ਚੱਲੇ ਆ ਮੈਨੂੰ ਵੀ, ਤੇ ਮੇਰਾ ਵੀ ਸੇਮ ਐਕਸਪੀਰੀਅੰਸ ਰਿਹਾ ਆ। ਮੈਨੂੰ ਵੀ ਅਸੀਂ ਜਦੋਂ ਇਕੱਠੇ ਜਾਂਦੇ ਪਏ ਸੀ ਤਾਂ ਉਸ ਟਾਈਮ ਸਾਨੂੰ ਰਾਈਡ ਦੀ ਲੋੜ ਸੀਗੀ, ਤਾਂ ਸਾਨੂੰ ਗੁਰਮੀਤ ਪਨਾਗ ਜੀ ਨੇ ਸਾਨੂੰ ਰਾਈਡ ਦਿੱਤੀ ਸੀਗੀ, ਤੇ ਸਾਨੂੰ ਕਿਹਾ ਸੀਗਾ ਕਿ ਤੁਸੀਂ ਮਤਲਬ ਸਾਡੀ ਥੋੜ੍ਹਾ ਜਾਣ ਪਛਾਣ ਹੋਈ ਸੀਗੀ, ਨੰਬਰ ਐਕਸਚੇਂਜ ਹੋਏ ਸੀਗੇ। ਉਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਤੁਸੀਂ ਨਵੇਂ ਆਏ ਹੋ, ਤੁਸੀਂ ਕਿੱਦਾਂ ਸਾਰਾ ਕੁਛ ਅਰੇਂਜ ਕਰਦੇ ਹੋ, ਤੇ ਅਸੀਂ ਆਪਣੀਆਂ ਪ੍ਰੋਬਲਮਸ ਉਹਨਾਂ ਨਾਲ ਸ਼ੇਅਰ ਕੀਤੀਆਂ ਸੀ, ਤੇ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ। ਮੇਰਾ ਵੀ ਸੇਮ ਐਕਸਪੀਰੀਅੰਸ ਆ। ਮੈਨੂੰ ਵੀ ਦੂਸਰੇ ਲੋਕ ਹਲੇ ਪੰਜਾਬੀ ਨਹੀਂ ਹਲੇ ਟੱਕਰੇ ਹੈਗੇ ਉੱਦਾਂ ਦੇ ਕਿ ਮੈਨੂੰ ਫੀਲ ਹੋਵੇ ਕਿ ਹਾਂ, ਜਿਹੜੇ ਉਹ ਕਹਿੰਦੇ ਆ ਕਿ ਪੰਜਾਬੀ ਇੱਦਾਂ ਵੀ ਕਰ ਸਕਦੇ ਆ, ਕਿ ਉੱਦਾਂ ਮਤਲਬ ਟੌਰਚਰ ਕਰਦੇ ਆ ਨਵੇਂ ਸਟੂਡੈਂਟਸ ਨੂੰ, ਜੋਬਸ ਲਈ ਕਰਦੇ ਪਏ ਆ। ਤੇ ਮੈਨੂੰ ਲੱਗਦਾ ਹੈ ਕਿ ਉੱਦਾਂ ਦਾ ਐਕਸਪੀਰੀਅੰਸ ਮੈਨੂੰ ਹਲੇ ਹੋਇਆ ਨਹੀਂ ਆ। ਸਾਰੇ ਜਿੰਨੇ ਵੀ ਪੰਜਾਬੀ ਟੱਕਰੇ ਆ ਮੈਨੂੰ ਤੇ ਬਹੁਤ ਵਧੀਆ ਰਿਹਾ ਉਹਨਾਂ ਨਾਲ ਐਕਸਪੀਰੀਅੰਸ ਮੇਰਾ। ਅੱਛਾ, ਜਦੋਂ ਤੁਸੀਂ ਹਲੇ ਆਉਣਾ ਸੀ ਇੱਥੇ, ਜਦੋਂ ਤੁਹਾਡਾ ਵੀਜ਼ਾ ਲੱਗਾ, ਆਉਣ ਦੀ ਤਿਆਰੀ ਕਰ ਰਹੇ ਸੀ, ਕਿਉਂਕਿ ਇਸ਼ੂ ਨਵਾਂ ਨੀਗਾ, ਕਈ ਸਾਲ ਹੋ ਗਏ ਸੀ ਇਸ਼ੂ ਨੂੰ ਚੱਲਦੇ ਨੂੰ, ਉਦੋਂ ਇੱਥੇ ਕੈਨੇਡਾ 'ਚ ਲੈਂਡ ਹੋਣ ਤੋਂ ਪਹਿਲਾਂ ਤੁਹਾਡੇ ਦਿਮਾਗ 'ਚ ਕੁਛ ਏਦਾਂ ਦਾ ਡਰ ਸੀਗਾ ਵੀ ਉੱਥੇ ਜਾ ਕੇ ਸਾਡੇ ਨਾਲ ਕੋਈ ਵਿਤਕਰਾ ਹੋਊਗਾ ਜਾਂ ਏਦਾਂ ਦੀ ਸਾਨੂੰ ਮੁਸ਼ਕਲਾਂ ਪੇਸ਼ ਆ ਸਕਦੀਆਂ? ਹਾਂਜੀ, ਆਪਾਂ 50-50% ਕਹਿ ਸਕਦੇ ਹਾਂ, ਬਟ ਅਸੀਂ ਪਹਿਲਾਂ ਦੇ ਅਰੇਂਜਮੈਂਟ ਕੀਤੇ ਹੋਏ ਸੀ, ਆਪਣੇ ਜਿੱਦਾਂ ਰਿਲੇਟਿਵਸ ਨਾਲ ਗੱਲ ਕੀਤੀ ਹੋਈ ਸੀ, ਥੋੜ੍ਹਾ ਟਰੱਸਟ ਹੈਗਾ ਸੀ ਕਿ ਹਾਂ ਸਾਨੂੰ ਐਡਜਸਟ ਕਰ ਲੈਣਗੇ। ਪ੍ਰੋਬਲਮ ਇਹ ਸੀ ਕਿ ਅਸੀਂ ਨਵੇਂ ਸ਼ਹਿਰ 'ਚ ਮੂਵ ਹੋਣਾ ਸੀ, ਇੱਥੇ ਕਿਸੇ ਨੂੰ ਨਹੀਂ ਜਾਣਦੇ, ਇੱਥੇ ਕਿੱਦਾਂ ਐਡਜਸਟ ਹੋਵਾਂਗੇ। ਬਟ ਜਿੱਦਾਂ ਹੌਲੀ-ਹੌਲੀ ਸ਼ਿਫਟ ਹੋ ਗਏ, ਫਰੈਂਡਸ ਬਣ ਗਏ, ਕਲਾਸਮੇਟਸ, ਫਿਰ ਕਾਲਜ ਨੇ ਬਹੁਤ ਸਪੋਰਟ ਕੀਤਾ। ਹੋਪਫੁਲੀ ਸਾਡਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹੁਣ ਤੱਕ। ਥੋੜ੍ਹੀਆਂ ਬਹੁਤ ਪ੍ਰੋਬਲਮਸ ਤਾਂ ਚਲੋ ਸਭ ਨੂੰ ਹੀ ਆਉਂਦੀਆਂ ਨੇ, ਬਟ ਸਭ ਐਡਜਸਟ ਹੋ ਜਾਂਦੇ ਆ, ਫਰੈਂਡ ਸਪੋਰਟ ਕਰ ਦਿੰਦੇ ਨੇ।
ਜੀ। ਜਦੋਂ ਤੁਸੀਂ ਆਏ ਸੀ ਸਭ ਤੋਂ ਪਹਿਲਾਂ ਰਹਿਣ ਤਾਂ ਤੁਸੀਂ ਉੱਥੋਂ ਇੰਡੀਆ ਤੋਂ ਕਰਕੇ ਆਏ ਸੀ ਜਾਂ ਇੱਥੇ ਆ ਕੇ ਤੁਹਾਨੂੰ, ਜਾਂ ਤੁਸੀਂ ਜਿੱਦਾਂ ਨਾਮ ਲਿਆ ਗੁਰਮੀਤ ਹੋਣਾ ਦਾ, ਜਾਂ ਉਹਨਾਂ ਨਾਲ ਤੁਹਾਡੀ ਹੈਲਪ ਨਾਲ ਤੁਸੀਂ ਇਹ ਪ੍ਰਬੰਧ ਕੀਤਾ ਸਾਰਾ? ਨਹੀਂ, ਇਹ ਮੈਂ ਪਹਿਲਾਂ ਹੀ ਕੀਤਾ ਸੀ ਆਪਣਾ, ਮੈਂ ਕਜੀਜੀ ਤੇ ਕੀਤਾ ਸੀ ਸਰਚ, ਤੇ ਉੱਥੋਂ ਹੀ ਮੈਂ ਇੱਥੇ ਮੂਵ ਹੋਈ ਸੀ। ਮੈਂ ਇੱਥੇ ਮੂਵ ਹੋਣ ਤੋਂ ਥੋੜ੍ਹੇ ਦਿਨ ਬਾਅਦ 10 to 15 ਡੇਜ਼ ਬਾਅਦ ਹੀ ਗੁਰਮੀਤ ਆਂਟੀ ਨਾਲ ਮਿਲੀ ਸੀ। ਜੀ। ਤਾਂ ਫਿਰ ਉਹ ਤੋਂ ਬਾਅਦ ਉਹਨਾਂ ਨਾਲ ਸਾਡਾ ਕੰਟੈਕਟ ਸਟਾਰਟ ਹੋ ਗਿਆ। ਫਿਰ ਉਹ ਤੋਂ ਬਾਅਦ ਏਦਾਂ ਹੀ ਚੱਲਦਾ ਰਿਹਾ ਸਾਡਾ, ਤਾਂ ਬਹੁਤ ਵਧੀਆ ਰਿਹਾ ਹੁਣ ਤੱਕ ਉਹਨਾਂ ਨਾਲ ਐਕਸਪੀਰੀਅੰਸ ਸਾਡਾ। ਇੱਕ ਜਦੋਂ ਨਵੇਂ-ਨਵੇਂ ਆਪਾਂ ਆਉਂਦੇ ਹਾਂ ਇੰਡੀਆ ਤੋਂ, ਤਾਂ ਇੱਥੇ ਸਭ ਤੋਂ ਪਹਿਲਾਂ ਇੱਕ ਪ੍ਰੋਬਲਮ ਇਹ ਵੀ ਆਉਂਦੀ ਆ ਕਿ ਸਾਡੇ ਕੋਲ ਕੁਛ ਕਾਰ ਨਹੀਂ ਹੁੰਦਾ, ਵਹੀਕਲ ਨਹੀਂ ਹੁੰਦਾ ਕੋਈ, ਤੇ ਸਾਨੂੰ ਪਬਲਿਕ ਟਰਾਂਸਪੋਰਟ ਯੂਜ਼ ਕਰਨਾ ਪੈਂਦਾ। ਕਈ ਵਾਰੀ ਉਹ 'ਚ ਟਾਈਮ ਵੀ ਲੱਗ ਜਾਂਦਾ ਤੇ ਕਈ ਵਾਰ ਸਾਨੂੰ ਪਤਾ ਵੀ ਨਹੀਂ ਹੁੰਦਾ। ਸੋ ਜਦੋਂ ਕਈ ਵਾਰੀ ਹੁੰਦਾ ਹੈ ਕਿ ਸਟੂਡੈਂਟਸ ਦੀ ਮਦਦ ਜਿਹੜੀ ਇੱਥੇ ਪਹਿਲਾਂ ਲੋਕ ਰਹਿੰਦੇ ਉਹਨਾਂ ਵੱਲੋਂ ਕੀਤੀ ਜਾਂਦੀ ਹੈ, ਰਾਈਡਸ ਵਗੈਰਾ ਦਿੱਤੀਆਂ ਜਾਂਦੀਆਂ ਵਾ। ਇਹ ਤੁਹਾਨੂੰ ਪਹਿਲਾਂ ਇਹ ਦੱਸ ਦਿਓ ਕਿ ਏਦਾਂ ਦੀ ਪ੍ਰੋਬਲਮ ਆਈ ਕੋਈ ਸ਼ੁਰੂ ਦੇ ਵਿੱਚ, ਕੋਈ ਟਰਾਂਸਪੋਰਟ ਦੀ, ਤੇ ਉਦੋਂ ਬਾਅਦ 'ਚ ਕੋਈ ਹੈਲਪ ਏਦਾਂ ਦੀ ਮਿਲੀ ਤੁਹਾਨੂੰ? ਹਾਂਜੀ, ਸਾਨੂੰ ਬਹੁਤ ਮਤਲਬ ਹੈਲਪ ਮਿਲੀ। ਜਦੋਂ ਨਵੇਂ-ਨਵੇਂ ਆਏ ਸੀ ਤਾਂ ਸਾਨੂੰ ਇੱਥੇ ਦੇ ਏਰੀਏ ਦਾ ਨਹੀਂ ਸੀ ਪਤਾ, ਬੱਸਿਸ ਦਾ ਨਹੀਂ ਸੀ ਪਤਾ ਕਿ ਕਿੱਦਾਂ ਦੇ ਮਤਲਬ ਟਾਈਮਿੰਗ ਕੀ ਹੁੰਦੀ ਬੱਸਿਸ ਦੀ। ਤਾਂ ਅਸੀਂ ਫਿਰ ਜਿਹੜਾ ਟਰਮੀਨਲ ਆ ਇੱਥੇ ਬ੍ਰੈਂਡਫੋਰਡ ਟਰਮੀਨਲ, ਉੱਥੇ ਜਾ ਕੇ ਫਿਰ ਦੇਖਿਆ ਕਿ ਬੱਸਿਸ ਦਾ ਸਿਸਟਮ ਕੀ ਆ, ਕਿੱਦਾਂ ਕਿਹੜੇ-ਕਿਹੜੇ ਟਾਈਮ ਤੇ ਮਤਲਬ ਸਟਾਪ ਤੇ ਬੱਸਿਸ ਆਉਣੀਆਂ ਆ। ਫਿਰ ਸਾਨੂੰ ਥੋੜ੍ਹੇ ਟਾਈਮ ਬਾਅਦ ਸਾਰਾ ਕੁਛ ਨੌਲੇਜ ਲਈ ਅਸੀਂ ਗੂਗਲ ਤੇ ਸਰਚ ਕੀਤੇ। ਉਸ ਤੋਂ ਬਾਅਦ ਸਮ ਟਾਈਮ ਇੱਦਾਂ ਹੁੰਦਾ ਸੀਗਾ ਕਿ ਜਦੋਂ ਗਰੋਸਰੀ ਕਰਨ ਜਾਈਦਾ ਸੀ ਤਾਂ ਬੱਸਿਸ ਮਤਲਬ ਜਦੋਂ ਜਲਦੀ ਆ ਜਾਈਦਾ ਸੀ ਤਾਂ ਬੱਸਿਸ ਨਹੀਂ ਸੀ ਮਿਲਦੀਆਂ, ਕਿਉਂਕਿ ਬੱਸਿਸ ਦਾ ਟਾਈਮ ਅਰੇਂਜ ਹੁੰਦਾ ਆ, ਉਹ ਫਿਕਸ ਟਾਈਮ ਤੇ ਆਉਂਦੀਆਂ, ਤਾਂ ਫਿਰ ਸਾਨੂੰ ਰਾਈਡ ਦੀ ਲੋੜ ਹੁੰਦੀ ਸੀਗੀ। ਫਿਰ ਅਸੀਂ ਗੁਰਮੀਤ ਪਨਾਗ ਜੀ ਨੂੰ ਕਾਲ ਕਰ ਲਈਦੀ ਸੀਗੀ ਕਿ ਸਾਨੂੰ ਰਾਈਡ ਦੀ ਲੋੜ ਆ, ਕਿਉਂਕਿ ਸਾਡੇ ਕੋਲ ਸਮਾਨ ਜ਼ਿਆਦਾ ਆ ਤੇ ਔਖਾ ਹੋ ਜਾਂਦਾ ਨਾ ਸਾਨੂੰ ਆਉਣ ਨੂੰ। ਤਾਂ ਫਿਰ ਉਹ ਕਹਿ ਦਿੰਦੇ ਸੀ ਕਿ ਕੋਈ ਨਹੀਂ, ਮੈਂ ਰਾਈਡ ਦੇ ਦਿੰਦੀ ਹਾਂ ਤੁਹਾਨੂੰ। ਕਦੇ ਫਿਰ ਅੱਗੇ ਤੋਂ ਅਗਰ ਵੀ ਮਤਲਬ ਪ੍ਰੋਬਲਮ ਆਈ ਸਾਨੂੰ ਰਾਈਡ ਦੀ, ਕਿਤੇ ਵੀ ਜਾਣਾ ਹੁੰਦਾ ਸੀ, ਸ਼ਿਫਟ ਤੇ ਜਾਣਾ ਹੁੰਦਾ ਸੀ, ਤਾਂ ਅਸੀਂ ਆਂਟੀ ਜੀ ਨੂੰ ਕਾਲ ਕਰ ਲਈਦੀ ਸੀ ਤੇ ਉਹ ਉਸੇ ਟਾਈਮ ਆ ਜਾਂਦੇ ਸੀ। ਜੀ। ਜਿਵੇਂ ਕੁਛ ਪਿਛਲੇ ਮਹੀਨਿਆਂ ਤੋਂ ਕਰੋਨਾ ਵਾਇਰਸ ਦਾ ਦੌਰ ਚੱਲ ਰਿਹਾ ਵਾ, ਥੋੜ੍ਹੇ ਲੋਕਡਾਊਨ ਸੀਗਾ, ਕੰਮਕਾਰ ਵੀ ਰਹੇ ਬੰਦ, ਮੁਸ਼ਕਿਲ ਵੀ ਆ ਰਹੀ ਸੀ। ਇਸ ਦੌਰਾਨ ਵੀ ਤੁਹਾਨੂੰ ਕੋਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕੋਈ ਅਸਰ ਪਿਆ ਤੁਹਾਡੇ ਤੇ ਇਸ ਲੋਕਡਾਊਨ ਦਾ ਜਾਂ ਕਰੋਨਾ ਵਾਇਰਸ ਦਾ ਤੁਹਾਡੀ ਲਾਈਫ ਤੇ? ਹਾਂਜੀ, ਮੇਨ ਤੇ ਇਹ ਸੀ ਕਿ ਸਾਡੀਆਂ ਸਾਰੀਆਂ ਕਲਾਸਿਸ ਔਨਲਾਈਨ ਸ਼ਿਫਟ ਹੋ ਗਈਆਂ ਸੀ। ਆਲਰੇਡੀ ਅਸੀਂ ਸਾਰੀਆਂ ਅਸਾਈਨਮੈਂਟਸ ਔਨਲਾਈਨ ਸਬਮਿਟ ਕਰੀ ਦੀਆਂ ਸੀ, ਤੇ ਸਾਰਾ ਕੁਛ ਵੀ ਵਰਚੁਅਲੀ ਹੋ ਗਿਆ ਸੀ। ਥੋੜ੍ਹੀ ਪ੍ਰੋਬਲਮ ਆਈ ਕਿ ਜਿੱਦਾਂ ਸਾਰਾ ਕੁਛ, ਕਾਫੀ ਸਾਰੇ ਪ੍ਰੋਗਰਾਮਸ ਦਾ ਸਕੈਜੂਅਲ ਚੇਂਜ ਕੀਤਾ ਗਿਆ, ਪਲੈਨਸ ਚੇਂਜ ਕੀਤੇ ਗਏ, ਸਾਰਾ ਕੁਛ ਚੇਂਜ ਕੀਤਾ ਗਿਆ। ਥੋੜ੍ਹਾ ਜਿਹਾ ਹੈਕਟਿਕ ਹੋ ਗਿਆ ਸੀ ਸਕੈਜੂਅਲ, ਬਟ ਸਪੋਰਟ ਮਿਲਿਆ ਕਾਲਜ ਵੱਲੋਂ, ਇੰਸਟਰਕਟਰਸ ਵੱਲੋਂ, ਵਧੀਆ ਰਿਹਾ ਸਾਰਾ ਕੁਛ। ਬਾਕੀ ਇਹ ਸੀ ਕਿ ਅਸੀਂ ਇਹ ਸੋਚਿਆ ਸੀ ਕਿ ਕੰਮ ਤੇ ਨਹੀਂ ਜਾਵਾਂਗੇ ਅਸੀਂ, 1-2 ਮਹੀਨਿਆਂ ਲਈ ਅਸੀਂ ਕੰਮ ਵੀ ਬੰਦ ਕੀਤਾ, ਬਟ ਹੁਣ ਥੋੜ੍ਹੇ ਸਿਚੁਏਸ਼ਨ ਸਹੀ ਆ ਇੱਥੇ ਬ੍ਰੈਂਡਫੋਰਡ ਦੇ ਵਿੱਚ, ਤਾਂ ਫਿਰ ਅਸੀਂ ਹੁਣ ਸਟਾਰਟ ਕਰਤਾ ਹੈ, ਬਟ ਅਸੀਂ ਸੇਫਟੀ ਆਪਣੀ ਰੱਖੀ ਦੀ ਹੈ। ਬਾਕੀ ਜੀ। ਠੀਕ ਹੈ ਸਭ। ਹਾਂਜੀ। ਕਰੋਨਾ ਵਾਇਰਸ ਦੇ ਦੌਰ ਅੰਦਰ ਬਹੁਤ ਸਾਰੇ ਲੋਕਾਂ ਨੇ ਹੈਲਪ ਵੀ ਕੀਤੀ ਆਪਣੀ ਕਮਿਊਨਿਟੀ ਵਿੱਚ, ਖਾਸ ਕਰਕੇ ਸਰਕਾਰ ਵੱਲੋਂ ਵੀ, ਹਾਲਾਂਕਿ ਇੰਟਰਨੈਸ਼ਨਲ ਸਟੂਡੈਂਟਸ ਲਈ ਜਿਹੜੀ ਉਹ ਹੈਲਪ ਕੀਤੀ ਗਈ ਆ। ਤੁਹਾਨੂੰ ਵੀ ਲੋੜ ਪਈ ਕੋਈ ਦਾ ਹੈਲਪ ਲੈਣ ਦੀ, ਜਾਂ ਫਿਰ ਤੁਹਾਡਾ ਠੀਕ ਠਾਕ ਸਰ ਗਿਆ? ਨਹੀਂ, ਐਕਚੁਅਲੀ ਜਿੱਦਾਂ ਸਾਨੂੰ ਹਲੇ 9 ਮੰਥਸ ਹੀ ਹੋਏ ਸੀ, ਤਾਂ ਸਾਡੇ ਕੋਲ GIC ਹੈਗੀ ਸੀ ਜਿੰਨਾ ਅਸੀਂ ਆਪਣਾ ਸਰਵਾਈਵ ਕਰ ਸਕੀਏ, ਤਾਂ ਹੋਪਫੁਲੀ ਤਾਂ ਸਭ ਵਧੀਆ ਰਿਹਾ। ਇੱਦਾਂ ਦੀ ਕੋਈ ਜ਼ਰੂਰਤ ਨਹੀਂ ਪਈ ਕੋਈ ਗਵਰਨਮੈਂਟ ਕੋਲੋਂ ਗ੍ਰਾਂਟ ਲੈਣ ਦੀ ਜਾਂ ਕੁਛ ਵੀ ਹੋਰ, ਸਭ ਕੁਛ ਵਧੀਆ ਚੱਲਿਆ ਸਾਡਾ ਅੱਜ ਸਾਡੀ GIC ਦੇ ਨਾਲ। ਜੀ। ਅੱਛਾ, ਇੱਕ ਹੋਰ ਇਸ਼ੂ ਜਿਹੜਾ ਅੱਜ ਕੱਲ੍ਹ ਬਹੁਤ ਭਖਿਆ ਹੋਇਆ, ਕਿਉਂਕਿ ਕੁਛ ਵੀਡੀਓਜ਼ ਟਿਕਟੋਕ ਤੇ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ, ਤਾਂ ਉਹਦੇ ਵਿੱਚ ਦੇਖਿਆ ਕਿ ਕੁਛ ਮੁੰਡੇ ਸੀਗੇ, ਜਾਂ ਉਹਨਾਂ ਵੱਲੋਂ ਬੰਦੂਕ ਇੱਕ ਦਿਖਾਈ ਗਈ, ਕਾਰ ਦੇ ਵਿੱਚ ਖੁੱਲੀਆਂ ਕਾਰਾਂ ਜਾਂ ਗੇੜੀਆਂ ਮਾਰਦੇ, ਜਾਂ ਹੋਰ ਵੀ ਇੱਦਾਂ ਦੇ ਦੋਸ਼ ਲੱਗਦੇ ਆ ਕਿ ਹੁੱਲੜਬਾਜ਼ੀ ਹੁੰਦੀ ਆ। ਤੁਹਾਨੂੰ ਵੀ ਹੁਣ 9 ਮਹੀਨੇ ਹੋ ਗਏ ਆ, ਤੁਸੀਂ ਵੀ ਆਪਣੇ ਮਾਹੌਲ ਦੇਖਿਆ ਹੋਊਗਾ, ਕਿ ਤੁਹਾਨੂੰ ਵੀ ਕਿਤੇ ਇਹੋ ਜਿਹਾ ਐਕਸਪੀਰੀਅੰਸ ਹੋਇਆ ਕਿ ਕਿਤੇ ਕੋਈ ਪੰਜਾਬੀ ਸਟੂਡੈਂਟਸ ਵੱਲੋਂ ਕੋਈ ਹੁੱਲੜਬਾਜ਼ੀ ਕੀਤੀ ਜਾਂਦੀ ਹੈ, ਜਾਂ ਕੁਛ ਹੋਰ ਇੱਦਾਂ ਦਾ ਕੀਤਾ ਜਾਂਦਾ ਜੋ ਕਿ ਇਤਰਾਜ਼ਯੋਗ ਹੋਵੇ ਇੱਥੇ ਦੇ ਕਲਚਰ ਦੇ ਹਿਸਾਬ ਨਾਲ? ਹਾਂਜੀ, ਦੇਖੋ ਮੈਂ ਜਦੋਂ ਆਈ ਸੀ ਨਵੀਂ ਮੈਂ ਉਸ ਤੋਂ ਬਾਅਦ ਬ੍ਰੈਂਡਫੋਰਡ ਹੀ ਆ ਗਈ। ਬ੍ਰੈਂਡਫੋਰਡ ਤੋਂ ਬਾਅਦ ਮੈਂ ਕਿਤੇ ਨਹੀਂ ਗਈ। ਮੈਂ ਬ੍ਰੈਂਡਫੋਰਡ ਲਈ ਕਹਿ ਸਕਦੀ ਹਾਂ ਕਿ ਬ੍ਰੈਂਡਫੋਰਡ 'ਚ ਮੈਂ ਇੱਦਾਂ ਦਾ ਕੁਛ ਵੀ ਐਕਸਪੀਰੀਅੰਸ ਨਹੀਂ ਕੀਤਾ, ਇੱਦਾਂ ਦਾ ਕੁਛ ਨਹੀਂ ਹੁੰਦਾ ਬ੍ਰੈਂਡਫੋਰਡ 'ਚ। ਬਟ ਮੈਂ ਅਦਰ ਕੰਟਰੀਜ਼, ਜਿੱਦਾਂ ਅਦਰ ਸਟੇਟਸ ਔਰ ਅਦਰ ਸਿਟੀਜ਼ ਦੇ ਲਈ ਮੈਂ ਸ਼ੋਰ ਨਹੀਂ ਹਾਂ ਕੀ ਹੁੰਦਾ ਹੋਊਗਾ ਉੱਥੇ। ਬਟ ਬ੍ਰੈਂਡਫੋਰਡ ਦੇ ਵਿੱਚ ਮੇਰਾ ਐਕਸਪੀਰੀਅੰਸ ਵਧੀਆ ਹੈ। ਆਪਣੀ ਕਮਿਊਨਿਟੀ, ਆਪਣੇ ਜਿਹੜੇ ਖਾਸ ਕਰ ਇੰਟਰਨੈਸ਼ਨਲ ਸਟੂਡੈਂਟਸ ਆ, ਇੱਦਾਂ ਦਾ ਕੁਛ ਨਹੀਂ ਮੈਂ ਸੁਣਿਆ ਨਾ ਦੇਖਿਆ। ਸਾਰਾ ਕੁਛ ਵਧੀਆ, ਸਭ ਵਧੀਆ ਤਰੀਕੇ ਨਾਲ ਰਹਿੰਦੇ ਆ, ਸਭ ਆਪਣੇ ਸਾਰੀਆਂ ਚੀਜ਼ਾਂ ਫੋਲੋ ਕਰਦੇ ਆ, ਕਿਉਂਕਿ ਸਭ ਨੂੰ ਪਤਾ ਹੈ ਕਿ ਕਿੱਦਾਂ ਦੇ ਬੈਕਗਰਾਊਂਡ ਤੋਂ ਆਏ ਆ, ਤੇ ਉਹਨਾਂ ਦਾ ਇੱਥੇ ਆਉਣ ਦਾ ਮੋਟਿਵ ਕੀ ਹੈ ਤੇ ਕੀ ਕਰਨਾ ਉਹਨਾਂ ਨੇ, ਤੇ ਸਾਰੇ ਫੋਕਸ ਕਰਦੇ ਆ ਆਪਣੇ ਏਮ ਦੇ ਉੱਤੇ। ਜੀ।
ਜੀ ਬਿਲਕੁਲ। ਪਰ ਕਈ ਵਾਰੀ ਇਹ ਹੁੰਦਾ ਕਿ ਮੀਡੀਆ ਵੱਲੋਂ ਇਹੋ ਜਿਹੀਆਂ ਖਬਰਾਂ ਨੂੰ ਬਹੁਤ ਉਹ ਚੱਕਿਆ ਜਾਂਦਾ ਵਾ, ਬਹੁਤ ਬੜੀਆਂ ਹੈਡਲਾਈਨਸ ਬਣਾ ਕੇ ਜਾਂ ਬਹੁਤ ਤਰ੍ਹਾਂ ਦੀਆਂ ਉਹਨਾਂ ਨੂੰ ਹੈਡਲਾਈਨਸ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਪਤਾ ਨਹੀਂ ਕਿੰਨਾ ਕੁ ਵੱਡਾ ਕੰਮ ਹੋ ਗਿਆ। ਜਦੋਂ ਤੁਸੀਂ ਖਾਸ ਕਰ ਉਹ ਤਾਂ ਲਿਖਿਆ ਜਾਂਦਾ ਕਿ ਇੰਟਰਨੈਸ਼ਨਲ ਸਟੂਡੈਂਟ, ਜਦੋਂ ਇੱਦਾਂ ਦੀਆਂ ਖਬਰਾਂ ਤੁਸੀਂ ਦੇਖਦੇ ਆ ਕਿ ਕਦੇ ਤੁਹਾਡੇ ਫੀਲ ਹੁੰਦਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ, ਵੀ ਇਹ ਸਾਨੂੰ ਕਹਿ ਰਹੇ ਆ ਜਾਂ ਸਾਰਿਆਂ ਨੂੰ ਉਹ ਗੱਲ ਟੀਸ ਕਰਦੀ ਹੈ? ਹਾਂਜੀ, ਥੋੜ੍ਹਾ ਫੀਲ ਤਾਂ ਹੁੰਦਾ ਹੈ, ਬਟ ਐਕਚੁਅਲੀ ਸਾਨੂੰ ਪਤਾ ਨਹੀਂ ਕਿ ਗੱਲ ਕੀ ਹੈ। ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਮੀਡੀਆ ਗਲਤ ਆ, ਮੇਬੀ ਉਹ ਸਟੂਡੈਂਟ ਹੀ ਗਲਤ ਹੋਵੇ, ਕਿਉਂਕਿ ਅਸੀਂ ਸਾਰਿਆਂ ਦੇ ਲਈ ਤਾਂ ਨਹੀਂ ਕਹਿ ਸਕਦੇ। 2% ਲੋਕ ਇੱਦਾਂ ਦੇ ਹੁੰਦੇ ਆ ਜਿਹੜੇ ਮੇਬੀ ਗਲਤ ਹੋਣ, ਬਟ ਇੱਦਾਂ ਵਾ ਕਿ ਸਾਰੇ ਗਲਤ ਨਹੀਂ ਹੁੰਦੇ। ਬਟ ਇੰਨਾ ਫੀਲ ਹੁੰਦਾ ਹੈ ਕਿ 1 ਜਾਂ 2 ਦੀ ਵਜ੍ਹਾ ਤੋਂ ਸਾਰਿਆਂ ਨੂੰ ਬਦਨਾਮ ਕੀਤਾ ਜਾਂਦਾ ਹੈ, ਸਾਰਿਆਂ ਨੂੰ ਸਫ਼ਰ ਕਰਨਾ ਪੈਂਦਾ ਹੈ। ਜੀ ਜੀ। ਤਾਂ ਅਸੀਂ ਤੁਸੀਂ ਕੁਛ ਕਹਿਣਾ ਚਾਹੋਗੇ? ਤੁਸੀਂ ਥੋੜਾ ਘੱਟ ਬੋਲ ਰਹੇ ਆ। ਮੈਂ ਵੀ ਇਹੀ ਕਹਿਣਾ ਚਾਹੂੰਗੀ ਕਿ ਮਤਲਬ ਜਿਹੜੇ ਵੀ 2% ਜਿਹੜੇ ਵੀ ਕਹਿ ਰਹੇ ਆ ਕਿ ਮਤਲਬ ਇੱਦਾਂ ਦੀਆਂ ਐਕਟੀਵਿਟੀਜ਼ ਕਰਦੇ ਆ ਜਿਹੜੀਆਂ ਕਿ ਇੱਥੇ ਦੀ ਕੰਟਰੀ ਦੇ ਲਾਜ਼ ਦੇ ਅਗੇਂਸਟ ਹੁੰਦੀਆਂ ਆ, ਉਹ ਫਿਰ ਜਦੋਂ ਕਰਦੇ ਆ ਤੇ ਉਹ ਗੌਰਮੈਂਟ ਉਹਨਾਂ ਦੇ ਫਿਰ ਐਕਸ਼ਨ ਲੈਂਦੀ ਆ, ਤੇ ਜਿੰਨੇ ਵੀ ਸਟੂਡੈਂਟਸ ਆ ਰਹੇ ਆ ਜਾਂ ਫਿਰ ਇੱਥੇ ਹੁੰਦੇ ਆ, ਉਹਨਾਂ ਨੂੰ ਫਿਰ ਫੇਸ ਕਰਨੀ ਪੈਂਦੀ ਆ ਉਹ ਸਾਰੀਆਂ ਪ੍ਰੋਬਲਮਸ ਉਹਨਾਂ ਸਟੂਡੈਂਟਸ ਵਜ੍ਹਾ ਕਰਕੇ। ਜੀ। ਕਿਉਂਕਿ ਮੇਨ ਗੱਲ ਇਹ ਹੁੰਦੀ ਆ ਕਿ ਅਸੀਂ ਦੇਖਿਆ ਤੁਹਾਡੇ ਤੋਂ ਥੋੜ੍ਹਾ ਹੀ ਦੂਰ ਸ਼ਹਿਰ ਆ ਬਰੈਂਪਟਨ, ਉੱਥੇ ਇੱਕ ਵਾਰੀ ਇੱਕ ਇਹੋ ਜਿਹੀ ਰੈਲੀ ਹੋਈ ਸੀ ਜਿੱਥੇ ਕਿਹਾ ਗਿਆ ਸੀ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਉਹਨਾਂ ਨੂੰ ਵੀਜ਼ੇ ਨਹੀਂ ਦੇਣੇ ਚਾਹੀਦੇ। ਤੁਹਾਨੂੰ ਲੱਗਾ ਕਿਤੇ ਜਦੋਂ ਤੁਸੀਂ ਕਿਤੇ ਦੇਖਦੇ ਆ ਕਿ ਹਾਂ ਵੀ ਇਹ ਪਹਿਲਾਂ ਆਏ ਆ, ਅਸੀਂ ਹੁਣ ਆਏ ਆ, ਜਾਂ ਲੱਗਾ ਕਿ ਉਹ ਤੁਹਾਡੇ ਨਾਲ ਗੱਲ ਨਹੀਂ ਕਰਕੇ ਖੁਸ਼ ਹੈਗੇ ਜਾਂ ਤੁਸੀਂ ਉਹਨਾਂ ਨੂੰ ਬੁਲਾ ਖੁਸ਼ ਨਹੀਂ, ਕਦੇ ਇਹੋ ਜਿਹੀਆਂ ਗੱਲਾਂ ਦਾ ਅਸਰ ਪਿਆ ਜਿਹੜੀਆਂ ਗੱਲਾਂ ਹੁੰਦੀਆਂ ਤੁਹਾਡੇ ਤੇ ਇਹਨਾਂ ਦਾ? ਹਾਂਜੀ, ਜਦੋਂ ਅਸੀਂ ਇੱਦਾਂ ਦੇ ਇੰਸੀਡੈਂਟ ਸੁਣੀਦੇ ਆ ਕਿ ਜਿੱਦਾਂ ਸਾਡੀ ਕਮਿਊਨਿਟੀ ਦੇ ਪੁਰਾਣੇ ਲੋਕ ਹੀ ਇੱਦਾਂ ਕਹਿ ਰਹੇ ਆ, ਕਿਉਂਕਿ ਆਪਾਂ ਇੱਕ ਹਿਸਾਬ ਨਾਲ ਆਪਾਂ ਓਰੀਜਨ ਸੇਮ, ਆਪਾਂ ਸੇਮ ਕੰਟਰੀ ਤੋਂ ਆਏ ਆ, ਫਿਰ ਤੁਸੀਂ ਕਿਉਂ ਜੀ ਸਾਡੇ ਨਾਲ ਇੱਦਾਂ ਡਿਫਰੈਂਸ, ਸਾਡੇ 'ਚ ਔਰ ਆਪਣੇ 'ਚ ਕਿਉਂ ਇਹਦਾ ਡਿਫਰੈਂਸ ਦੇਖਦੇ ਹੋ ਤੁਸੀਂ? ਤੁਹਾਨੂੰ ਤਾਂ ਸਾਨੂੰ ਸਪੋਰਟ ਕਰਨਾ ਚਾਹੀਦਾ ਹੈ। ਜੇ ਤੁਹਾਨੂੰ ਲੱਗਦਾ ਕੋਈ ਗਲਤ ਆ, ਤੁਹਾਨੂੰ ਉਹਨੂੰ ਸਹੀ ਕਰਨਾ ਚਾਹੀਦਾ ਹੈ, ਇੰਸਟੈਡ ਆਫ ਮੇਕਿੰਗ ਦੈਟ ਇਸ਼ੂ ਬਿਗਰ। ਜੀ। ਖੈਰ ਹੁਣ ਤਾਂ ਸ਼ਾਇਦ ਕਰੋਨਾ ਵਾਇਰਸ ਕਰਕੇ ਜਿਹੜੇ ਇਹਨਾਂ ਸਮੈਸਟਰਸ ਦੇ ਬੱਚੇ ਉਹ ਨਹੀਂ ਆ ਸਕਣਗੇ, ਪਰ ਜਿਹੜੇ ਨਵੇਂ ਆਉਣਗੇ ਜਾਂ ਤੁਹਾਡੇ ਤੋਂ ਬਾਅਦ ਵੀ ਸ਼ਾਇਦ ਕੋਈ ਬੈਚ ਦੇ ਬੱਚੇ ਆਏ ਹੋਣਗੇ, ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਗਾਈਡ ਕਰਦੇ ਜਦੋਂ ਇੱਥੇ ਤੁਹਾਡੇ ਕੋਲ ਆਉਂਦੇ ਆ? ਜਦੋਂ ਵੀ ਮਤਲਬ ਇੱਥੇ ਸਾਡੇ ਜਿੱਥੇ ਅਸੀਂ ਰਹਿੰਦੇ ਆ ਉੱਥੇ ਵੀ ਜਿੱਦਾਂ ਸਾਰੇ ਸਟੂਡੈਂਟਸ ਹੀ ਰਹਿੰਦੇ ਆ, ਉੱਥੇ ਵੀ ਜਦੋਂ ਨਵੇਂ ਬੱਚੇ ਆਉਂਦੇ ਆ ਅਸੀਂ ਉਹਨਾਂ ਦੀ ਬਹੁਤ ਹੈਲਪ ਕਰੀਦੀ ਆ। ਉਹਨਾਂ ਨੂੰ ਹਲੇ ਜਦੋਂ ਨਵੇਂ ਆਏ ਹੁੰਦੇ ਉਹਨਾਂ ਨੂੰ ਵੀ ਸੇਮ ਸਾਡੇ ਵਰਗੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ, ਟਰਾਂਸਪੋਰਟੇਸ਼ਨ ਦੀ ਫੇਸ ਕਰਨੀ ਪੈਂਦੀ ਹੈ, ਤਾਂ ਉਹਨਾਂ ਨੂੰ ਅਸੀਂ ਗਾਈਡ ਕਰੀਦਾ ਕਿ ਬੱਸਿਸ ਮਤਲਬ ਕਿਸ ਅਕੋਰਡਿੰਗ ਚੱਲਦੀਆਂ ਆ ਇੱਥੇ। ਫਿਰ ਉਹਨਾਂ ਨੂੰ ਦੱਸੀਦਾ ਕਿ ਇੱਥੇ ਮਤਲਬ ਕਿੱਦਾਂ ਅਸੀਂ ਰਹਿਣਾ ਆ, ਕਿੱਦਾਂ ਇੱਥੇ ਦੇ ਲੋਕਾਂ ਨਾਲ ਅਸੀਂ ਕਮਿਊਨੀਕੇਟ ਕਰਨਾ ਆ, ਕਿੱਦਾਂ ਉਹਨਾਂ ਨਾਲ ਚੰਗਾ ਬਿਹੇਵ ਕਰਨਾ ਆ, ਔਰ ਅਸੀਂ ਉਹਨਾਂ ਨੂੰ ਸਿਖਾਈਦਾ ਆ, ਹਮੇਸ਼ਾ ਹੀ ਵਧੀਆ ਗਾਈਡ ਕਰੀਦਾ ਹੈ ਤਾਂ ਜੋ ਅਸੀਂ ਜੋ ਪ੍ਰੋਬਲਮ ਫੇਸ ਕੀਤੀਆਂ ਉਹ ਵਾਲੇ ਬੱਚੇ ਨਾ ਫੇਸ ਕਰਨ ਆ ਕੇ। ਜੀ। ਜਦੋਂ ਤਕਰੀਬਨ ਤੁਸੀਂ ਰੋਜ਼ ਆਪਣੇ ਘਰ ਫੋਨ ਕਰਦੇ ਹੋਵੋਗੇ ਮੰਮੀ ਡੈਡੀ ਨੂੰ, ਮਾਤਾ ਪਿਤਾ ਨੂੰ ਜਾਂ ਭੈਣ ਭਰਾ ਰਿਸ਼ਤੇਦਾਰਾਂ ਨੂੰ, ਇਹ ਖਬਰਾਂ ਹਰ ਥਾਂ ਜਾਂਦੀਆਂ ਕਿਉਂਕਿ YouTube ਸੋਸ਼ਲ ਮੀਡੀਆ ਤੇ ਹਰ ਥਾਂ ਇਹ ਖਬਰਾਂ ਦੇਖਦੇ ਆ, ਉਹਨਾਂ ਨੇ ਕਦੇ ਤੁਹਾਡੇ ਨਾਲ ਡਿਸਕਸ ਕੀਤਾ ਹਾਂ ਵੀ ਅੱਜ ਉੱਥੇ ਇੱਦਾਂ ਹੋਇਆ, ਆਹ ਖਬਰ ਚੱਲ ਰਹੀ ਆ, ਤੁਸੀਂ ਆਪਣਾ ਖਿਆਲ ਰੱਖਿਓ, ਕੁਛ ਇੱਦਾਂ ਦਾ ਕਦੇ? ਹਾਂਜੀ, ਜਿੱਦਾਂ ਸੇਫਟੀ ਕੰਸਰਨ ਤੇ ਚੱਲਦੇ ਰਹਿੰਦੇ ਆ, ਬਟ ਐਜ਼ ਲੌਂਗ ਐਜ਼ ਉਹਨਾਂ ਨੂੰ ਸਾਡੇ ਤੇ ਟਰਸਟ ਆ, ਇਹ ਬਹੁਤ ਵੱਡੀ ਗੱਲ ਆ। ਇੱਦਾਂ ਦਾ ਕੋਈ ਬਿਗਰ ਇਸ਼ੂ ਤਾਂ ਨਹੀਂ ਹੋਇਆ। ਬਾਕੀ ਹਰ ਪੇਰੈਂਟ ਨੂੰ ਆਪਣੇ ਬੱਚੇ ਦੀ ਟੈਨਸ਼ਨ ਤਾਂ ਹੁੰਦੀ ਹੈ ਕਿ ਉਹ ਡਿਫਰੈਂਟ ਕੰਟਰੀ 'ਚ ਆ, ਕਿੱਦਾਂ ਰਹਿ ਰਿਹਾ ਹੈ, ਖਾ ਰਿਹਾ ਹੈ, ਕੰਮ ਉਹਦੇ ਤਰੀਕੇ ਨਾਲ ਆਪਣੀ ਲਾਈਫ ਸਪੈਂਡ ਕਰ ਰਿਹਾ ਹੈ ਕਿ ਨਹੀਂ। ਉਹਨਾਂ ਨੇ ਤੇ ਐਜ਼ ਅ ਚਾਈਲਡ ਵਾਂਗੂ ਹੀ ਟਰੀਟ ਕਰਨਾ ਸਾਨੂੰ। ਬਾਕੀ ਸੇਫਟੀ ਕੰਸਰਨਸ ਜੀ ਚੱਲਦੇ ਰਹਿੰਦੇ ਆ, ਬਟ ਉਹਨਾਂ ਨੂੰ ਸਾਡੇ ਤੇ ਟਰਸਟ ਆ ਤੇ ਇਹ ਬਹੁਤ ਵੱਡੀ ਗੱਲ ਆ ਸਾਡੇ ਲਈ ਕਿ ਸਾਡੀ ਫੈਮਿਲੀ ਸਾਨੂੰ ਸਪੋਰਟ ਕਰਦੀ ਆ, ਤਾਂ ਹੀ ਅੱਜ ਅਸੀਂ ਇੱਥੇ ਆ। ਜੇ ਉਹਨਾਂ ਦਾ ਸਪੋਰਟ ਨਾ ਹੁੰਦਾ ਤਾਂ ਆਈ ਡੋਂਟ ਨੋ ਅਸੀਂ ਕਿੱਥੇ ਹੁੰਦੇ ਅੱਜ। ਜੀ। ਬੇਸਿਕਲੀ ਇੱਕ ਗੱਲ ਕੀਤੀ ਜਾਂਦੀ ਹਮੇਸ਼ਾ ਕਿ ਬਿਲਕੁਲ ਅਸੀਂ ਜਿੱਦਾਂ ਤੁਸੀਂ ਅੱਗੇ ਕਿਹਾ ਸੇਮ ਰੀਜ਼ਨ ਤੋਂ ਇੱਕੋ ਹੀ ਆ, 2-4 ਸਾਲ ਜਾਂ ਥੋੜ੍ਹੇ ਅੱਗੇ ਸਾਲ ਅਗਲੀ ਜਨਰੇਸ਼ਨ ਪਿਛਲੀ ਜਨਰੇਸ਼ਨ ਇੱਦਾਂ ਦੇ ਗੈਪ ਤੇ ਫਰਕ ਤਾਂ ਹੁੰਦਾ ਹੀ ਆ, ਪਰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਕੋਈ ਪਹਿਲਾਂ ਆਇਆ ਕੋਈ ਬਾਅਦ 'ਚ ਆਇਆ। ਤੁਹਾਨੂੰ ਲੱਗਦਾ ਕਿ ਇਸ ਜਿਹੜਾ ਹੌਲੀ ਜਿਹੜਾ ਗੈਪ ਪਿਆ ਸੀ ਇਹਦੇ ਵਿੱਚ ਕੋਈ ਬ੍ਰਿਜ ਬਣਨਾ ਚਾਹੀਦਾ, ਇਹਨੂੰ ਕਿਸ ਤਰ੍ਹਾਂ ਹੋਰ ਘਟਾਇਆ ਜਾ ਸਕਦਾ? ਕਿਉਂਕਿ ਛੋਟੇ ਸ਼ਹਿਰਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਗਈਆਂ, ਜਿੱਥੇ ਤੱਕ ਮੈਂ ਦੇਖਿਆ ਕੈਨੇਡਾ ਦੇ ਵਿੱਚ, ਹੋਰ ਵੀ ਮੈਂ ਛੋਟੇ ਸ਼ਹਿਰਾਂ ਜਾਣ ਦਾ ਮੌਕਾ ਮਿਲਿਆ, ਉੱਥੇ ਸਟੂਡੈਂਟਸ ਤੇ ਜਿਹੜੇ ਪੁਰਾਣੇ ਆ ਇਹ ਇਸੇ ਤਰ੍ਹਾਂ ਮਿਲ ਕੇ ਰਹਿੰਦੇ ਆ, ਹੈਲਪ ਕਰਦੇ ਆ, ਟੂਰਨਾਮੈਂਟ ਇਕੱਠੇ ਉਹ ਕਰਾਉਂਦੇ ਆ, ਸਾਰੇ ਜਾਣੇ ਇੰਜੋਏ ਕਰਦੇ ਆ। ਪਰ ਵੱਡਿਆਂ ਸ਼ਹਿਰਾਂ ਦੇ ਵਿੱਚ ਜਾਂ ਜਿੱਥੇ ਕਿਤੇ ਗੈਪ ਹੈਗਾ ਵਾ ਉਹਨੂੰ ਕਿੱਦਾਂ ਭਰਿਆ ਜਾ ਸਕਦਾ? ਕਦੇ ਤੁਹਾਡੇ ਦਿਮਾਗ 'ਚ ਕੁਛ ਇੱਦਾਂ ਦਾ ਆਇਆ? ਹਾਂਜੀ, ਮੈਨੂੰ ਇਹੀ ਲੱਗਦਾ ਹੈ ਕਿ ਇਸ ਗੱਲ ਨੂੰ ਮੀਡੀਆ ਹੀ ਅੱਗੇ ਲੈ ਕੇ ਜਾ ਸਕਦੀ ਹੈ। ਜਿੱਦਾਂ ਅੱਜ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ ਐਜ਼ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ, ਇੱਦਾਂ ਹੀ ਮੀਡੀਆ ਨੂੰ ਉਹਨਾਂ ਦੇ ਨਾਲ ਵੀ ਆਪਣੀ ਪਹਿਲਾਂ ਵੀ ਆਈ ਕਮਿਊਨਿਟੀ ਨਾਲ ਗੱਲ ਕਰਨੀ ਚਾਹੀਦੀ ਹੈ, ਉਹਨਾਂ ਦੇ ਵਿਊਜ਼ ਵੀ ਲੈਣੇ ਚਾਹੀਦੇ ਕਿ ਉਹਨਾਂ ਦਾ ਕੀ ਸੋਚਣਾ ਹੈ ਸਾਡੇ ਬਾਰੇ, ਉਹਨਾਂ ਦੀਆਂ ਕੀ ਫੀਲਿੰਗਸ ਨੇ ਸਾਡੇ ਥਰੂ,
ਫਿਰ ਹੀ ਆਪਾਂ ਇਕੱਠੇ ਹੋ ਸਕਦੇ ਹਾਂ, ਕਿਉਂਕਿ ਐਸ ਲੌਂਗ ਐਜ਼ ਸਾਨੂੰ ਪਤਾ ਨਹੀਂ ਚੱਲੂਗਾ ਉਹ ਕੀ ਸੋਚਦੇ ਆ, ਕਿ ਉਹ ਸਾਡੇ ਨਾਲ ਖੜੇ ਹੋਣਾ ਚਾਹੁੰਦੇ ਆ ਕਿ ਨਹੀਂ, ਕਿ ਅਸੀਂ ਖੜੇ ਹੋਣ ਲਈ ਤਿਆਰ ਆ ਉਹਨਾਂ ਦੇ ਨਾਲ, ਬਟ ਉਹ ਵੀ ਸਾਡੇ ਨਾਲ ਸਟੈਪ ਬਾਏ ਸਟੈਪ ਮਿਲਾ ਕੇ ਚੱਲਣ ਤਾਂ ਆਪਾਂ ਬਹੁਤ ਸਕਸੈਸਫੁਲ ਹੋਵਾਂਗੇ ਕੈਨੇਡਾ ਵਿੱਚ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਾਨੂੰ ਜਿੰਨਾ ਹੋ ਸਕੇ ਪੋਜ਼ਿਟਿਵ ਗੱਲਾਂ ਸਾਰਿਆਂ ਨਾਲ ਕਰਨੀਆਂ ਚਾਹੀਦੀਆਂ, ਜਿਹੜੀਆਂ ਪੋਜ਼ਿਟਿਵ ਚੀਜ਼ਾਂ ਅੱਗੇ ਲੈ ਕੇ ਜਾਣੀਆਂ ਚਾਹੀਦੀਆਂ। ਜੇ ਹਾਂਜੀ। ਕੋਈ ਕਿਤੇ ਮਾੜਾ ਹੁੰਦਾ ਤਾਂ ਉਹਨੂੰ ਵੀ ਸਹੀ ਤਰੀਕੇ ਨਾਲ ਨਜਿੱਠਣਾ ਚਾਹੀਦਾ। ਹਾਂਜੀ, ਜੇ ਕਿੱਥੇ ਪੋਜ਼ਿਟਿਵ ਹੁੰਦਾ ਹੈ, ਉੱਥੇ ਨੈਗੇਟਿਵਸ ਵੀ ਹੋਣਗੇ, ਜ਼ਰੂਰੀ ਹੋਣਗੇ, ਬਟ ਜੇ ਥੋੜ੍ਹੇ ਬਹੁਤ ਨੈਗੇਟਿਵਸ ਆ, ਜੀ ਉੱਥੇ ਵੀ ਆਪਾਂ ਨੂੰ ਥੋੜ੍ਹਾ ਬਹੁਤ ਝੁਕਣਾ ਪੈਣਾ ਹੈ, ਆਪਾਂ ਨੂੰ ਥੋੜ੍ਹਾ ਇਗਨੋਰ ਕਰਨਾ ਪੈਣਾ ਹੈ। ਆਪਾਂ ਨੂੰ ਫੀਲ ਕਰਨਾ ਪੈਣਾ ਕਿ ਹੁਣ ਆਪਾਂ ਇੱਥੇ ਆਏ ਹਾਂ, ਆਪਾਂ ਨੂੰ ਇੱਥੇ ਸਪੋਰਟ ਦੀ, ਕਿਸੇ ਦੀ ਹੈਲਪ ਦੀ ਜ਼ਰੂਰਤ ਆ। ਸੋ ਉਹਦੇ ਜੀ। ਲਈ ਆਪਾਂ ਨੂੰ ਹੀ ਅੱਗੇ ਵਧਣਾ ਪਏਗਾ। ਜਦੋਂ ਅਸੀਂ ਉੱਥੋਂ ਆਉਣਾ ਹੁੰਦਾ, ਜੇ ਇੱਥੇ ਆ ਕੇ ਬਹੁਤ ਚੀਜ਼ਾਂ 'ਚ ਫ਼ਰਕ ਪੈਂਦਾ, ਸਾਡੀ ਸੋਚ ਵੀ ਬਦਲਦੀ ਆ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦਾ ਐਕਸਪੀਰੀਅੰਸ ਨਹੀਂ ਹੁੰਦਾ, ਫਿਰ ਅਸੀਂ ਇੱਥੇ ਆ ਕੇ ਦੇਖਦੇ ਹਾਂ। ਸੋ ਹੁਣ ਜਿਹੜੇ ਜਦੋਂ ਵੀ ਇਹ ਕਰੋਨਾ ਵਾਇਰਸ ਠੀਕ ਹੋਊਗਾ, ਅਗਲੇ ਬੈਚ 'ਚ ਜਾਂ ਹੋਰ ਸਟੂਡੈਂਟਸ ਆਉਣਗੇ, ਜਿਹੜੇ ਆਉਣਾ ਚਾਹੁੰਦੇ ਆ ਹੋਰ ਜਾਂ ਆਉਣਗੇ, ਤੁਸੀਂ ਹੁਣ ਇੱਥੇ ਆ ਕੇ ਜੋ ਐਕਸਪੀਰੀਅੰਸ ਕੀਤਾ, ਕੁਛ ਉਹਨਾਂ ਨੂੰ ਹੋਰ ਐਡਵਾਈਸ ਕਰਨਾ ਚਾਹੋਗੇ ਕਿ ਵੀ ਆਹ ਚੀਜ਼ਾਂ ਦੀ ਤੁਸੀਂ ਤਿਆਰੀ ਕਰਕੇ ਆਓ ਜਾਂ ਇਸ ਚੀਜ਼ ਲਈ ਪ੍ਰਪੇਅਰ ਹੋ ਕੇ ਆਇਓ? ਹਾਂਜੀ, ਅਸੀਂ ਬਹੁਤ ਮਤਲਬ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਮਾਇੰਡ ਆਪਣਾ ਪਹਿਲਾਂ ਹੀ ਪ੍ਰਿਪੇਅਰ ਕਰਕੇ ਆਉਣ, ਕਿ ਇਸ ਮੋਟਿਵ ਨਾਲ ਆ ਰਹੇ ਆ ਤੁਸੀਂ, ਤੁਹਾਡੀ ਬੈਕਗਰਾਉਂਡ ਕੀ ਆ, ਮਤਲਬ ਤੁਹਾਡੇ ਪੇਰੈਂਟਸ ਨੇ ਤੁਹਾਡੇ 'ਤੇ ਇੰਨਾ ਮਤਲਬ ਫਾਈਨੈਂਸ਼ੀਅਲੀ ਤੁਹਾਨੂੰ ਸਪੋਰਟ ਕਰਕੇ ਇੱਥੇ ਭੇਜਿਆ ਆ, ਤੁਸੀਂ ਉਹਨਾਂ ਨੂੰ ਅੱਗੇ ਕੀ ਖੁਸ਼ੀਆਂ ਦੇਣਾ ਚਾਹੁੰਦੇ ਆ, ਆਪਣੀ ਮਤਲਬ ਸਟੱਡੀ ਵੱਲ ਫੋਕਸ ਕਰੋ। ਇੱਥੇ ਬਹੁਤ ਸਾਰੀਆਂ ਇੱਦਾਂ ਦੇ ਵੀ ਆ ਕਿ ਤੁਹਾਨੂੰ ਸਟੱਡੀ ਤੋਂ, ਤੁਹਾਡੇ ਫੋਕਸ ਤੋਂ ਡਾਇਵਰਟ ਕਰਦੀਆਂ ਚੀਜ਼ਾਂ, ਬਟ ਉਹਨਾਂ ਤੋਂ ਦੂਰ ਹੀ ਰਹਿਣਾ ਆ। ਆਪਣਾ ਸਟੱਡੀ ਵੱਲ, ਆਪਣੇ ਵਰਕ ਵੱਲ, ਅੱਗੇ ਫਿਊਚਰ ਵੱਲ ਫੋਕਸ ਰੱਖਣਾ ਆ, ਤਾਂ ਹੀ ਤੁਸੀਂ ਇੱਥੇ ਆਉਣ ਦਾ ਤੁਹਾਡਾ ਇੱਕ ਮੋਟਿਵ ਜਿਹੜਾ ਉਹ ਪੂਰਾ ਹੋ ਸਕਦਾ। ਜੀ, ਤਾਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਤੁਹਾਨੂੰ ਡਿਸਟਰੈਕਟ ਕਰਦੀਆਂ ਹੈ। ਇਹਨਾਂ ਵਿੱਚ ਇੱਕ ਚਰਚਾ ਹੁੰਦੀ ਹੈ ਅਕਸਰ ਕਿ ਜਿਹੜੇ ਸਟੂਡੈਂਟਸ ਆ, ਜਿਹੜੇ ਖਾਸ ਕਰਕੇ ਮੁੰਡੇ ਆ, ਉਹ ਆਉਂਦੇ ਹੀ ਮਹਿੰਗੀਆਂ ਕਾਰਾਂ ਲੈ ਲੈਂਦੇ ਆ ਅਤੇ ਉਹਨਾਂ ਦੇ ਐਕਸਪੈਂਸਿਵ ਵੱਧ ਜਾਂਦੇ ਆ। ਸੋ ਤੁਹਾਡਾ ਵੀ ਕਦੇ ਇਹੋ ਜਿਹਾ ਦਿਲ ਕਰਦਾ ਹਾਂ ਵੀ ਅਸੀਂ ਵੀ ਮਹਿੰਗੀ ਕਾਰ ਲਈਏ, ਜਾਂ ਤੁਸੀਂ ਇਸ ਤਰ੍ਹਾਂ ਦੇ ਆਸੇ ਪਾਸੇ ਦੇਖੇ ਕਿ ਬਹੁਤ ਜ਼ਿਆਦਾ ਐਕਸਪੈਂਸਿਵ ਹੋ ਜਾਂਦੇ, ਉਸ ਤੋਂ ਬਾਅਦ ਇੰਸ਼ੋਰੈਂਸ ਕਿਉਂਕਿ ਨਵੇਂ ਡਰਾਈਵਰ ਦੀ ਬਹੁਤ ਜ਼ਿਆਦਾ ਹੁੰਦੀ ਹੈ, ਸੋ ਫਿਰ ਹੋਰ ਪ੍ਰੋਬਲਮਸ ਉੱਥੇ ਕ੍ਰੀਏਟ ਹੁੰਦੀਆਂ? ਹਾਂਜੀ, ਇਹ ਮਤਲਬ ਚੱਲਦੀ ਆ ਰਹੀ ਹੈ ਕਿ ਮਤਲਬ ਉਹਨੇ ਵੱਡੀ ਕਾਰ ਲੈ ਲਈ ਤਾਂ ਅਸੀਂ ਵੀ ਫਟਾਫਟ ਲੈ ਲਈਏ, ਕਿ ਮਤਲਬ ਅਸੀਂ ਵੀ ਕਿਸੇ ਨੂੰ ਸ਼ੋਅ ਆਫ ਕਰੀਏ ਕਿ ਸਾਡੇ ਕੋਲ ਵੀ ਕਾਰ ਹੈਗੀ ਆ। ਕਾਰ ਦਾ ਵੈਸੇ ਇੱਥੇ ਬਹੁਤ ਜ਼ਿਆਦਾ ਮਤਲਬ ਐਡਵਾਂਟੇਜ ਹੈਗੀ ਆ, ਬਟ ਆਪਣੀ ਇੱਕ ਕੰਡੀਸ਼ਨ ਹੁੰਦੀ ਕਿ ਇੰਨਾ ਅਸੀਂ ਸੇਵਿੰਗਸ ਕਰਨੀ ਆ, ਇੰਨੇ ਅਸੀਂ ਇਸ ਚੀਜ਼ 'ਤੇ ਸਪੈਂਡ ਕਰ ਸਕਦੇ ਹਾਂ, ਇੰਨਾ ਇਸ ਚੀਜ਼ ਦਾ ਅੱਗੇ ਜਾ ਕੇ ਸਾਨੂੰ ਐਕਸਪੈਂਸਿਸ ਆ ਸਕਦੇ ਆ। ਉਸ ਅਕੋਰਡਿੰਗ ਹੀ ਅਸੀਂ ਦੇਖਦੇ ਹਾਂ ਕਿ ਹਾਲੇ ਸਾਡੇ ਕੋਲ ਇੰਨੀ ਕੰਡੀਸ਼ਨ ਨਹੀਂ ਹੈਗੀ, ਬਟ ਇਨ ਫਿਊਚਰ ਅਸੀਂ ਜ਼ਰੂਰ ਲਵਾਂਗੇ, ਬਟ ਕਿਸੇ ਮਗਰ ਲੱਗ ਕੇ ਅਸੀਂ ਨਹੀਂ ਲੈ ਸਕਦੇ ਇਸ ਚੀਜ਼। ਜੀ, ਇੱਕ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਸੀ ਗੁਰਪ੍ਰੀਤ ਪਨਾਗ ਹੋਣਾ ਬਾਰੇ ਕਿ ਉਹਨਾਂ ਨੇ ਆਉਂਦਿਆਂ ਤੁਹਾਡੀ ਹੈਲਪ ਕੀਤੀ ਸੀਗੀ। ਸੋ ਜਦੋਂ ਕੋਈ ਸਾਡੀ ਹੈਲਪ ਕਰਦਾ ਤਾਂ ਸਾਨੂੰ ਵੀ ਅੱਗੇ ਫਿਰ ਇੱਕ ਇਹ ਪ੍ਰੇਰਨਾ ਮਿਲਦੀ ਕਿ ਅੱਗੇ ਵੀ ਕਿਸੇ ਦੀ ਹੈਲਪ ਕਰੀਏ। ਸੋ ਤੁਸੀਂ ਵੀ ਹੁਣ ਅੱਗੇ ਕੁਛ ਕਰ ਰਹੇ ਹੋ ਇੱਦਾਂ ਦਾ, ਜਾਂ ਜਿਹੜੇ ਨਵੇਂ ਆਉਂਦੇ ਕੋਈ ਹੈਲਪ ਜਾਂ ਕਮਿਊਨਿਟੀ ਵਿੱਚ ਕੁਛ, ਜਾਂ ਤੁਹਾਡੇ ਦਿਲ 'ਚ ਕੋਈ ਤਾਂਘ ਹੈ ਕਿ ਅਸੀਂ ਵੀ ਕੁਛ ਕਮਿਊਨਿਟੀ ਲਈ ਕਰੀਏ? ਅਸੀਂ ਜਿੰਨਾ ਕਰ ਸਕਦੇ ਹਾਂ ਅਸੀਂ ਉਹਨਾਂ ਦਾ ਕਰੀਦਾ ਹੈ। ਜਿੱਦਾਂ ਜਿਹੜੇ ਨਵੇਂ ਸਟੂਡੈਂਟਸ ਮਿਲਦੇ, ਜਿੱਦਾਂ ਜਿਹੜੇ ਹੁਣ ਜਨਵਰੀ ਇਨਟੇਕ 'ਚ ਆਏ ਸੀ ਥੋੜ੍ਹੇ ਬਹੁਤ ਸਟੂਡੈਂਟਸ, ਜਿੱਦਾਂ ਬੇਸਿਕਲੀ ਅਸੀਂ ਤਾਂ ਹੁਣ ਐਡਵਾਈਸ ਦੇ ਸਕਦੇ ਹਾਂ, ਕਿਉਂਕਿ ਅਸੀਂ ਇੰਨਾ ਹੀ ਕਰ ਸਕਦੇ ਹਾਂ ਹਾਲੇ। ਉਹਨਾਂ ਨੂੰ ਜਿਹੜੀ ਐਡਵਾਈਸ ਚਾਹੀਦੀ ਹੁੰਦੀ ਅਸੀਂ ਦੇਈ ਦੀ ਉਹਨਾਂ ਨੂੰ, ਉਹ ਐਡਵਾਈਸ ਜਿੱਦਾਂ ਸਟੱਡੀ ਰਿਲੇਟਡ ਜਾਂ ਵਰਕ ਰਿਲੇਟਡ ਹੋ ਗਿਆ, ਸਾਡੇ ਕੋਲ ਜੋ ਹੁੰਦਾ ਹੈ ਅਸੀਂ ਉਹ ਕਰੀਦਾ ਹੈ। ਬਾਕੀ ਜਿੱਦਾਂ ਹੁਣ ਸਾਨੂੰ ਗੁਰਮੀਤ ਹੁਣੀ ਮਿਲੇ, ਜਿੱਦਾਂ ਤਾਂ ਉਹਨਾਂ ਨੇ ਜੀ ਸਾਡੇ ਲਈ ਇੱਕ ਐਗਜ਼ਾਮਪਲ ਕ੍ਰੀਏਟ ਕਰ ਦਿੱਤਾ ਕਿ ਉਹਨਾਂ ਨੇ ਸਾਡੀ ਹੈਲਪ ਕੀਤੀ, ਤੇ ਸਾਡੇ ਮਨ 'ਚ ਵੀ ਜੀ ਹੈਗਾ ਕਿ ਜਦੋਂ ਫਿਊਚਰ 'ਚ ਅਸੀਂ ਜਾਵਾਂਗੇ ਅਸੀਂ ਵੀ ਹੈਲਪ ਕਰਾਂਗੇ। ਜੇ ਸਾਡੇ ਕੋਲ ਅਕੋਮੋਡੇਸ਼ਨ ਹੋਏਗੀ ਅਸੀਂ ਵੀ ਡੈਫੀਨੇਟਲੀ ਰਾਈਡ ਦਿਆ ਕਰਾਂਗੇ ਜਿਹਨੂੰ ਨੀਡ ਹੈ, ਜਿੰਨਾ ਹੋ ਜੀ ਸਕੇਗਾ ਓਨਾ ਕਰਾਂਗੇ। ਜੀ, ਮੰਨ ਲਓ ਜਦੋਂ ਤੁਸੀਂ ਵੀ ਇਸ ਸਿਚੁਏਸ਼ਨ ਚਾਹੋਗੇ ਕਿ ਤੁਸੀਂ ਕਿਸੇ ਲਈ ਕੁਛ ਕਰ ਸਕਦੇ ਹੋ ਤਾਂ ਤੁਸੀਂ ਜ਼ਰੂਰ ਕਰੋਗੇ? ਹਾਂਜੀ, ਹਾਂਜੀ, ਕਿਉਂਕਿ ਅਸੀਂ ਫੀਲ ਕਰ ਸਕਦੇ ਹਾਂ, ਕਿਉਂਕਿ ਜਦੋਂ ਸਾਡੇ ਕੋਲ ਅਸੀਂ ਲੇਟ ਹੋ ਰਹੇ ਹੁੰਦੇ ਬੇਸਿਕਲੀ ਕਿਤੇ ਜਾਣ ਤੋਂ, ਅਸੀਂ ਬੱਸ ਦਾ ਵੇਟ ਕਰ ਰਹੇ ਹੁੰਦੇ, ਸਾਨੂੰ ਅਰਜੈਂਟਲੀ ਰਾਈਡ ਜੀ ਚਾਹੀਦੀ ਹੁੰਦੀ ਹੈ, ਅਸੀਂ ਫੀਲ ਕਰ ਜੀ ਸਕਦੇ ਹਾਂ ਕਿ ਸਾਨੂੰ ਕਿੱਦਾਂ ਦਾ ਫੀਲ ਹੁੰਦਾ ਕਿ ਸਾਨੂੰ ਕੋਈ ਰਾਈਡ ਦੇ ਦੇਵੇ। ਜਾਂ ਕਿਉਂਕਿ ਉਬਰ ਦੇ ਐਕਸਪੈਂਸਿਸ ਬਹੁਤ ਨੇ, ਹਰ ਟਾਈਮ ਬੰਦਾ ਉਬਰ ਨਹੀਂ ਕਰ ਸਕਦਾ, ਐਮਰਜੈਂਸੀ ਤੇ ਬੰਦਾ ਉਬਰ ਕਰ ਸਕਦਾ ਹੈ, ਬਟ ਜਦੋਂ ਆਪਾਂ ਨਹੀਂ ਕਰ ਸਕਦੇ ਹਰ ਵਾਰ, ਦੈਨ ਵੀ ਨੀਡ ਸਮਵਨ ਟੂ ਹੈਲਪ ਅਸ। ਤਾਂ ਫਿਰ ਅਸੀਂ ਉਹ ਫੀਲ ਕਰ ਸਕਦੇ ਹਾਂ ਕਿ ਹਾਂ ਫਿਊਚਰ ਦੇ ਵਿੱਚ ਉਹ ਬੱਚੇ ਵੀ ਕੀ ਸੋਚਣਗੇ ਜਿਹੜੇ ਰਾਹ ਤੇ ਤੁਰੇ ਜਾਂਦੇ, ਜਿਹਨਾਂ ਨੂੰ ਰਾਈਡ ਦੀ ਲੋੜ ਆ। ਹੋਰ ਇਹ ਮੇਰੇ ਨਾਲ ਹੋਇਆ ਵੀ ਹੈ ਇੱਕ ਦੋ ਵਾਰ, ਜਿੱਦਾਂ ਮੈਂ ਜਾਣਦਾ ਹੀ ਸੀ ਤੇ ਮੈਨੂੰ ਕਾਫੀ ਇੱਕ ਦੋ ਜਣਿਆਂ ਨੇ ਪੁੱਛਿਆ ਵੀ ਜਿੱਦਾਂ ਤੁਹਾਨੂੰ ਰਾਈਡ ਚਾਹੀਦੀ ਹੈ ਕਿ ਨਹੀਂ। ਇੱਕ ਆਪਣੇ ਮਨ 'ਚ ਥੋੜਾ ਟਰਸਟ ਫੈਕਟਰ ਵੀ ਹੁੰਦਾ ਕਿ ਆਪਾਂ ਅਗਲੇ ਬੰਦੇ ਜੀ ਤੇ ਟਰਸਟ ਕਰਦੇ ਹਾਂ ਕਿ ਨਹੀਂ, ਬਟ ਜੀ ਮੈਂ ਇੱਕ ਦੋ ਜਣਿਆਂ ਤੋਂ ਰਾਈਡ ਲਈ ਇੱਦਾਂ ਹੀ, ਕਿਉਂਕਿ ਮੈਂ ਕੰਮ ਤੋਂ ਆਈ ਸੀ ਤਾਂ ਮੈਂ ਬਹੁਤ ਜ਼ਿਆਦਾ ਥੱਕੀ ਵੀ ਹੋਈ ਸੀ, ਤਾਂ ਉਹਨਾਂ ਨੇ ਮੈਨੂੰ ਰਾਈਡ ਦਿੱਤੀ ਤੇ ਮੈਂ ਰਾਈਡ ਲਈ, ਮੈਨੂੰ ਘਰ ਵੀ ਡਰੋਪ ਕਰਕੇ ਗਏ। ਵਧੀਆ ਐਕਸਪੀਰੀਅੰਸ ਰਿਹਾ ਉਹਨਾਂ ਦੇ ਨਾਲ।
ਜੀ, ਤਾਂ ਮੈਂ ਉਹ ਫੀਲ ਕਰ ਸਕਦੀ ਹਾਂ ਕਿ ਉਸ ਟਾਈਮ ਮੇਰੇ ਮਨ 'ਚ ਉਹਨਾਂ ਦੀ ਕਿੰਨੀ ਰਿਸਪੈਕਟ ਸੀ ਤੇ ਕਿੰਨੀ ਵੈਲਿਊ ਸੀ। ਵਧੀਆ ਜੀ ਲੱਗਾ ਇਹ ਆਪਣੀ ਕਮਿਊਨਿਟੀ ਨੇ ਹੈਲਪ ਕੀਤੀ। ਜੀ ਬਿਲਕੁਲ ਇਹ ਉਹੀ ਫੀਲ ਕਰ ਸਕਦਾ ਜਿਹੜਾ ਖੁਦ ਰਾਤ ਨੂੰ ਜਾਂ ਠੰਡ 'ਚ ਜਾਂ ਮੀਂਹ 'ਚ ਬੱਸ ਸਟੈਂਡ ਤੇ ਜਿਹਨੇ ਖੜ ਕੇ ਬੱਸ ਦੀ ਵੇਟ ਕੀਤੀ ਹੋਵੇ, ਫਿਰ ਉਹੀ ਕਿਸੇ ਦੂਜੇ ਦੀ ਸਮਝ ਸਕਦਾ ਕਿ ਉਸ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ। ਸੋ ਅਖੀਰ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੁਛ ਆਪਣੇ ਵੱਲੋਂ ਕੁਝ ਸਾਰੀ ਕਮਿਊਨਿਟੀ ਨੂੰ, ਚਾਹੇ ਨਵੀਂ ਜਾਂ ਪੁਰਾਣੀ, ਜਿਹਨੂੰ ਵੀ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਤਾਂ? ਹਾਂਜੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਐਕਸਪੀਰੀਅੰਸ ਨਹੀਂ ਕੀਤਾ ਹਾਲੇ ਤੱਕ ਕਿ ਸਾਡੇ ਨਾਲ ਇੱਦਾਂ ਪੁਰਾਣੀ ਕਮਿਊਨਿਟੀ ਨੇ ਸਾਨੂੰ ਜਿੱਦਾਂ ਡਿਫਰੈਂਟ ਫੀਲ ਕੀਤਾ ਹੋਵੇ ਸਾਡੇ ਨਾਲ। ਬਟ ਇਹੀ ਜੀ, ਸੁਣਿਆ ਇੱਦਾਂ ਦੇ ਇੰਸੀਡੈਂਟਸ ਅਸੀਂ ਆਪਣੇ ਫਰੈਂਡਸ ਕੋਲ ਸੁਣੇ ਆ ਹੋਰ ਜਦੋਂ ਇੰਡੀਆ ਆਉਣ ਤੋਂ ਪਹਿਲਾਂ ਵੀ ਬਹੁਤ ਹਾਂਜੀ, ਸਾਰੀਆਂ ਚੀਜ਼ਾਂ ਆਈਆਂ ਸੀ, ਸੁਣ ਕੇ ਆਏ ਸੀਗੇ ਕਿ ਅਵੇਅਰ ਰਹਿਣਾ ਆ, ਮਤਲਬ ਤੁਹਾਡੀ ਹੁਣ ਜ਼ਿੰਮੇਵਾਰੀ ਤੁਸੀਂ ਆਪ ਚੱਕਣੀ ਆ, ਸਾਰਾ ਕੁਛ ਤੁਸੀਂ ਆਪ ਮੈਨੇਜ ਕਰਨਾ ਆ। ਅਗਰ ਇੱਦਾਂ ਦਾ ਕੁਛ ਜੀ, ਹੁੰਦਾ ਹੈ, ਤੁਸੀਂ ਕੋਈ ਐਕਸ਼ਨ ਲੈਣਾ ਆ, ਕਿਉਂਕਿ ਉੱਥੇ ਤੁਹਾਡੀ ਖੁਦ ਮਤਲਬ ਤੁਸੀਂ ਆਪਣੀ ਆਪ ਹੈਲਪ ਕਰਨੀ ਹੈ, ਕਿਸੇ ਨੇ ਮਤਲਬ ਤੁਹਾਡੀ ਹੈਲਪ ਕਰਨ ਨਹੀਂ ਆਉਣਾ ਉੱਥੇ। ਜੀ, ਹਾਂਜੀ ਜੀ ਹੋਰ ਬਿਲਕੁਲ ਹਾਂਜੀ, ਹਾਂਜੀ ਬੋਲੋ। ਜਿੱਦਾਂ ਕਿ ਹੁਣ ਆਪਣੀ ਪੁਰਾਣੀ ਕਮਿਊਨਿਟੀ ਆ, ਜਿੱਦਾਂ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰ ਬੰਦਾ ਓਦਾਂ ਦਾ ਹੈ। ਆਪਾਂ ਨੂੰ ਏਦਾਂ ਦੇ 1 ਜਾਂ 2 ਬੰਦੇ ਮਿਲਣਗੇ ਕਿ ਜਿਹੜੇ ਆਪਾਂ ਨੂੰ ਦੇਖ ਕੇ ਫੀਲ ਕਰਨਗੇ ਕਿ ਇਹ ਕਿਉਂ ਆ ਗਏ, ਸਟੂਡੈਂਟਸ ਕਿਉਂ ਆ ਜੀ, ਰਹੇ ਨੇ, ਏਦਾਂ ਦਾ ਫੀਲ ਕਰਨਗੇ ਤਾਂ ਆਪਾਂ ਨੂੰ ਬੈਟਰ ਹੈ ਕਿ ਆਪਾਂ ਉਹਨੂੰ ਇਗਨੋਰ ਕਰੀਏ। ਆਪਾਂ ਜਿਹੜੇ ਏਮ ਲਈ ਆਏ ਆ ਆਪਾਂ ਉੱਤੇ ਫੋਕਸ ਕਰੀਏ, ਆਪਾਂ ਆਪਣੇ ਆਪ ਨੂੰ ਅੱਗੇ ਵਧਾਈਏ, ਆਪਣੇ ਆਪ ਨੂੰ ਸਕਸੈਸ ਕਰੀਏ। ਉਹਨਾਂ 2% ਲੋਕਾਂ ਨੂੰ ਇਗਨੋਰ ਕਰੀਏ, ਆਪਣੇ ਕੋਲ ਜਿੰਨਾ ਹੁੰਦਾ ਆਪਣਾ ਓਨਾ ਅਰਨ ਕਰ ਲਈਏ, ਕਿਉਂਕਿ ਆਪਾਂ ਇੱਥੇ ਜਿਹੜੇ ਕੰਮ ਲਈ ਆਏ ਆ, ਆਪਾਂ ਬਹੁਤ ਇੱਥੇ ਪੈਸੇ ਲਾ ਕੇ ਆਏ ਆ। ਆਪਾਂ ਨੂੰ ਇੱਥੇ ਜੀ, ਬਹੁਤ ਕੁਛ ਕਰਨਾ, ਆਪਣੀ ਫੈਮਿਲੀ ਬਾਰੇ ਵੀ ਸੋਚਣਾ ਹੈ, ਤਾਂ ਆਪਾਂ ਨੂੰ ਆਪਣੇ ਫੋਕਸ ਤੋਂ ਨਹੀਂ ਭਟਕਣਾ ਚਾਹੀਦਾ, ਬਸ ਆਪਣੇ ਏਮ ਵੱਲ ਧਿਆਨ ਰੱਖਣਾ ਚਾਹੀਦਾ ਹੈ। ਬਾਕੀ ਇੱਥੇ ਬਹੁਤ ਸਾਰੇ ਇੱਦਾਂ ਦੇ ਉਤਾਰ ਚੜ੍ਹਾਵ ਆਉਂਦੇ ਰਹਿੰਦੇ, ਉਹਨਾਂ ਨੂੰ ਬੈਟਰ ਹੈ ਕਿ ਇਗਨੋਰ ਕਰੋ। ਸਟਾਰਟਿੰਗ 'ਚ ਸਾਨੂੰ ਵੀ ਬਹੁਤ ਫੀਲ ਹੁੰਦਾ ਸੀ, ਪਰ ਹੁਣ ਅਸੀਂ ਫੀਲ ਕਰਨਾ ਛੱਡਤਾ, ਕਿਉਂਕਿ ਹੁਣ ਜੀ, ਸਾਡੇ ਕੋਲ ਹੋਰ ਬਹੁਤ ਕੁਛ ਆ ਸੋਚਣ ਦੇ ਲਈ। ਜੀ ਹੁਣ ਤੁਸੀਂ ਵੈਸੇ ਵੀ ਇਹ ਬਹੁਤ ਸੁਣਨ ਨੂੰ ਆਉਣ ਲੱਗੂਗਾ ਕਿ ਨਵਾਂ ਪੰਜਾਬੀ, ਪੁਰਾਣਾ ਪੰਜਾਬੀ। ਸੋ ਹੋਣਾ ਤਾਂ ਇਹ ਚਾਹੀਦਾ ਕਿ ਇੱਕਜੁੱਟ ਜਿਹੜਾ ਪੰਜਾਬੀ ਭਾਈਚਾਰਾ ਹੋਣਾ ਚਾਹੀਦਾ, ਚਾਹੇ ਉਹਦਾ ਵੀਜ਼ਾ ਚਾਹੇ ਕਿਸੇ ਦਾ 10 ਸਾਲ ਪਹਿਲਾਂ ਲੱਗਾ ਹੋਵੇ, ਚਾਹੇ 10 ਸਾਲ ਬਾਅਦ 'ਚ ਲੱਗਾ ਹੋਵੇ, ਉਹ ਕੋਈ ਜਿਹੜੀ ਆ ਕੁਆਲੀਫਿਕੇਸ਼ਨ ਨਹੀਂ ਹੋਣੀ ਚਾਹੀਦੀ। ਸੋ ਧੰਨਵਾਦ ਤੁਹਾਡਾ ਸਿਮਰਨ ਤੇ ਆਸ਼ੀ, ਤੁਸੀਂ ਦੋਵਾਂ ਨੇ ਸਮਾਂ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਓਕੇ, ਹਾਂਜੀ, ਥੈਂਕ ਯੂ। ਥੈਂਕ ਯੂ ਜੀ। ਸੋ ਇਹ ਸਨ ਸਾਡੇ ਨਾਲ ਕੁਛ ਇੰਟਰਨੈਸ਼ਨਲ ਸਟੂਡੈਂਟਸ, ਜਿਹੜੇ ਉਹਨੇ ਦੱਸਿਆ ਕਿ 9 ਮਹੀਨੇ ਪਹਿਲਾਂ ਇੱਥੇ ਆਏ ਸੀ। ਸੋ ਜਿਹੜਾ ਇਹਨਾਂ ਦਾ ਤਜਰਬਾ ਆ ਉਹ ਇਹ ਕਹਿੰਦਾ ਹੈ ਕਿ ਜਿਸ ਤਰ੍ਹਾਂ ਦੀਆਂ ਖਬਰਾਂ ਬਹੁਤ ਜ਼ਿਆਦਾ ਚਰਚਾ 'ਚ ਹੁੰਦੀਆਂ ਨੇ, ਉਸ ਤਰ੍ਹਾਂ ਦੀ ਇਹਨਾਂ ਨਾਲ ਕਦੇ ਕੋਈ ਐਕਸਪੀਰੀਅੰਸ ਨਹੀਂ ਹੋਇਆ, ਕਦੇ ਇਹਨਾਂ ਨੂੰ ਕੋਈ ਭੇਦਭਾਵ ਨਹੀਂ ਹੋਇਆ, ਅਤੇ ਹਮੇਸ਼ਾ ਜਿਹੜਾ ਵਾ ਹਾਂ ਪੱਖੀ ਹੁੰਗਾਰਾ ਭਾਈਚਾਰੇ ਵੱਲੋਂ ਮਿਲਿਆ ਵਾ ਤੇ ਸਦਾ ਇੱਕ ਦੂਜੇ ਦੀ ਹੈਲਪ ਕੀਤੀ ਹੈ। ਤੇ ਇਹਨਾਂ ਦਾ ਵੀ ਕਹਿਣਾ ਕਿ ਜਿਸ ਤਰ੍ਹਾਂ ਇਹਨਾਂ ਦੀ ਹੈਲਪ ਹੋਈ ਆ, ਇਹ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਜਿਹੜੇ ਹੋਰ ਇਹਨਾਂ ਤੋਂ ਅੱਗੇ ਆਉਣਗੇ ਉਹਨਾਂ ਦੀ ਬਾਂਹ ਫੜਨਗੇ। ਸੋ ਇਹ ਲੜੀ ਜਿਹੜੀ ਆ ਇਸੇ ਤਰ੍ਹਾਂ ਜਿਹੜੀ ਇੱਕ ਚੰਗਿਆਈ ਦੀ ਉਹ ਚੱਲਣੀ ਚਾਹੀਦੀ ਆ, ਤੇ ਬਹੁਤੀਆਂ ਥਾਵਾਂ ਤੇ ਚੱਲ ਵੀ ਰਹੀ ਆ। ਜੇ ਕਿਤੇ ਕੋਈ ਨੈਗੇਟਿਵ ਖਬਰ ਆਉਂਦੀ ਵੀ ਆ ਤਾਂ ਸਾਨੂੰ ਉਹਨੂੰ ਕਿਸੇ ਚੰਗੇ ਤਰੀਕੇ ਨਾਲ ਸੱਜਣਾ ਚਾਹੀਦਾ, ਤਾਂ ਕਿ ਉਹਦੇ ਨਾਂ ਦਾ ਚਿੱਕੜ ਹਰ ਕਿਸੇ ਦੇ ਚਿਹਰੇ ਤੇ ਸੁੱਟਣਾ ਚਾਹੀਦਾ। ਸੋ ਟੀਵੀ ਪੰਜਾਬ ਵੱਲੋਂ ਉਹ ਇੱਕ ਕੋਸ਼ਿਸ਼ ਰਹੂਗੀ ਕਿ ਇਹ ਸਾਰੀ ਕਮਿਊਨਿਟੀ ਵਿੱਚ ਇੱਕ ਬ੍ਰਿਜ ਬਣ ਕੇ ਵਿਚਰਿਆ ਜਾਵੇ, ਇੱਕ ਬ੍ਰਿਜ ਬਣ ਕੇ ਕੰਮ ਕੀਤਾ ਜਾਵੇ, ਤਾਂ ਕਿ ਇਹ ਜੋ ਮਾੜਾ ਮੋਟਾ ਜਿਹੜਾ ਇਹ ਪਾੜਾ ਪੈਂਦਾ ਨਜ਼ਰ ਆ ਰਿਹਾ, ਇਹਨੂੰ ਭਰਿਆ ਜਾਵੇ। ਸੋ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਸ਼ ਲੈ ਕੇ ਅਸੀਂ ਹਾਜ਼ਰ ਹੁੰਦੇ ਰਵਾਂਗੇ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।